ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਇੱਕ ਕਹਾਵਤ ਹੈ ਕਿ ਜਿੱਥੇ ਚਾਹ ਉੱਥੇ ਰਾਹ, ਜਿੱਥੇ ਚਾਹਨਾ ਹੈ ਰਸਤੇ ਉੱਥੇ ਆਪਣੇ ਆਪ ਨਿਕਲ ਜਾਂਦੇ ਆ। ਪਰ ਇਹਦੇ ਵਿੱਚ ਇੱਕ ਬੜਾ ਸਪਸ਼ਟੀਕਰਨ ਇਹ ਆ ਕਿ ਅਗਰ ਕਿਸੇ ਦੀ ਚਾਹਨਾ ਵੀ ਅੰਦਰੋਂ ਬਹੁਤ ਜ਼ਿਆਦਾ ਹੋਵੇ ਅਤੇ ਉਹਦੇ ਅੰਦਰ ਲਗਨ ਵੀ ਹੋਵੇ, ਅਗਰ ਇਹਦੇ ਵਿੱਚ ਪਰਮੇਸ਼ਰ ਦੀ ਗੈਰ ਹਾਜ਼ਰੀ ਆ ਤਾਂ ਤੁਹਾਡੀ ਕੀਤੀ ਹੋਈ ਜਿਹੜੀ ਕੋਸ਼ਿਸ਼ ਹੈ, ਚਾਹਨਾ, ਉਹਦਾ ਕੋਈ ਸਿੱਟਾ ਨਹੀਂ ਨਿਕਲਦਾ, ਸਫਲਤਾ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਹੱਥ ਨਹੀਂ ਆਉਂਦੀ। ਔਰ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈ, ਕਬੀਰ ਕਾਰਨ ਬੱਪਰਾ ਕਿਆ ਕਰੇ, ਜਿਉਂ ਰਾਮ ਨਾ ਕਰੇ ਸਹਾਏ, ਜੈ ਜੈ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ। ਇਸੇ ਕਰਕੇ ਪਰਮੇਸ਼ਰ ਦੀ ਸਹਾਇਤਾ, ਪਰਮੇਸ਼ਰ ਦੀ ਹਾਜ਼ਰੀ, ਪਰਮੇਸ਼ਰ ਦੇ ਨਾਲ ਜੁੜਨਾ ਅਤਿ ਜ਼ਰੂਰੀ ਆ। ਅਤੇ ਜਿਹੜੇ ਪ੍ਰਾਣੀ ਵਾਹਿਗੁਰੂ ਦੇ ਨਾਲ ਜੁੜ ਕੇ ਕੋਸ਼ਿਸ਼ ਕਰਦੇ ਆ ਕਿਸੇ ਵੀ ਮਕਾਨ ਨੂੰ ਹਾਸਲ ਕਰਨ ਵਾਸਤੇ, ਫਿਰ ਵਾਹਿਗੁਰੂ ਉਹਦੀ ਕਿਵੇਂ ਗੁਪਤ ਤਰੀਕੇ ਦੇ ਨਾਲ ਸਹਾਇਤਾ ਕਰਦਾ ਹੈ, ਇਹ ਆਮ ਤੌਰ 'ਤੇ ਆਪਾਂ ਦੇਖਦੇ ਹਾਂ। ਪਰ ਹੈਰਾਨੀ ਦੀ ਗੱਲ ਇਹ ਆ ਕਿ ਅਗਰ ਕੋਈ ਸੱਚੇ ਮਨ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਦਾ ਹੈ ਅਤੇ ਸੱਚੇ ਹੰਬਲੇ ਮਾਰਦਾ ਹੈ, ਉਹ ਕਿਸੇ ਵੀ ਮਕਾਮ ਨੂੰ ਹਾਸਲ ਕਰ ਸਕਦਾ ਹੈ, ਚਾਹੇ ਉਹ ਮਕਾਮ ਉਹਦੇ ਵਾਸਤੇ ਅਸੰਭਵ ਹੋਵੇ ਅਤੇ ਚਾਹੇ ਔਖੇ ਤੋਂ ਔਖਾ ਕਾਰਜ ਵੀ ਕਿਉਂ ਨਾ ਹੋਵੇ, ਉਹਦੇ ਵਿੱਚ ਉਹਨੂੰ ਸਫਲਤਾ ਜ਼ਰੂਰ ਮਿਲਦੀ ਆ। ਪਰ ਇਹੋ ਜਿਹੇ ਜਿਹੜੇ ਹਮਲੇ ਹੈਗੇ ਆ ਉਹ ਲਗਾਤਾਰ ਕਰਨੇ ਪੈਂਦੇ ਆ, ਲਗਾਤਾਰ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ, ਨਾਮ ਜਪਣਾ ਪੈਂਦਾ। ਫਿਰ ਐਸੀ ਕੋਈ ਚੀਜ਼ ਨਹੀਂ ਜਿਹਦੇ ਉੱਤੇ ਆਦਮੀ ਫਤਿਹ ਨਾ ਪ੍ਰਾਪਤ ਕਰ ਸਕੇ। ਸੋ ਇਸੇ ਤਰ੍ਹਾਂ ਦੀ ਇੱਕ ਜਿਹੜੀ ਵਾਰਤਾ ਦਾ ਜੋ ਸੰਖੇਪ ਵਰਣਨ ਅਰਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਇੱਕ ਬੀਬੀ ਉਹ ਦੱਸਦੇ ਸੀ ਮਹਾਤਮਾ ਨੂੰ ਕਿ ਉਹਨਾਂ ਦਾ ਜਿਹੜਾ ਘਰ ਵਾਲਾ ਪਤੀ ਆ ਉਹ ਮਿਸਤਰੀ ਦਾ ਕੰਮ ਕਰਦਾ ਸੀ, 500 ਰੁਪਈਏ ਦਿਹਾੜੀ ਲੈਂਦਾ ਸੀ। ਸੋ ਦੇਖੋ, ਇੱਕ 500 ਰੁਪਈਏ ਦਿਹਾੜੀ ਲੈਣ ਵਾਲਾ ਮਿਸਤਰੀ ਅਤੇ ਘਰ ਦਾ ਗੁਜ਼ਾਰਾ ਉਸ 500 ਦੇ ਵਿੱਚ ਰੋਜ਼ ਚੱਲਦਾ, ਇਹ ਤਾਂ ਇੱਕ ਸਿਰਫ ਰੋਟੀ ਦਾ ਸਾਧਨ ਸੀਗਾ। ਲੇਕਿਨ ਇਹਦੇ 500 ਰੁਪਈਏ ਦੀ ਦਿਹਾੜੀ ਦੇ ਨਾਲ ਕੋਈ ਆਦਮੀ ਵੱਡੇ ਸੁਪਨੇ ਨਹੀਂ ਲੈ ਸਕਦਾ। ਪਰ ਉਹ ਬੀਬੀ ਦੱਸਦੀ ਸੀਗੀ ਕਿ ਮੈਂ ਜਿਉਂ ਗੁਰਬਾਣੀ ਦੇ ਨਾਲ ਜਦੋਂ ਜੁੜੀ ਹਾਂ ਅਤੇ ਗੁਰਬਾਣੀ ਜੁੜਨ ਦੇ ਨਾਲ ਕਹਿੰਦੇ ਮੈਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਬਾਬਾ ਨਾਨਕ ਬਹੁਤ ਵੱਡਾ ਹੈਗਾ ਅਤੇ ਧੰਨ ਗੁਰੂ ਨਾਨਕ ਸਾਹਿਬ ਜਿੱਥੇ ਬਹੁਤ ਵੱਡੇ ਆ ਅਤੇ ਉੱਥੇ ਵੱਡੇ ਤੋਂ ਵੱਡੇ ਕਾਰਜ ਵੀ ਬੜੇ ਆਸਾਨੀ ਨਾਲ ਰਾਸ ਕਰ ਸਕਦੇ ਆ। ਸੋ ਬੀਬੀ ਕਹਿੰਦੀ ਮੇਰੇ ਅੰਦਰ ਸਿਦਕ ਜਾਗਿਆ। ਜਦੋਂ ਕਹਿੰਦੀ ਸਿਦਕ ਜਾਗਿਆ, ਸਿਦਕ ਦੇ ਵਿੱਚ ਮੈਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿ ਤੂੰ ਅੰਤਰਜਾਮੀ ਆ, ਸਭ ਵਿਧ ਜਾਣਦਾ ਹੈਗਾ, ਇਸ ਕਰਕੇ ਮੇਰੀ ਇਹ ਤਮੰਨਾ ਹੈਗੀ ਆ ਕਿ ਮੈਂ ਵੀ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਜਿਹੜੇ ਉੱਚੇ ਸ਼੍ਰੇਣੀ ਦੇ ਲੋਕ ਆ ਉਹਨਾਂ ਦੇ ਵਿੱਚ ਸ਼ਾਮਲ ਕਰ ਸਕਾਂ। ਇਸ ਵਾਸਤੇ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਉੱਠੀ ਕਿ ਕਿਉਂ ਨਾ ਮੈਂ ਆਪਣੇ ਪਤੀ ਨੂੰ ਅਮਰੀਕਾ ਭੇਜ ਦਿਆਂ। ਸੋ ਬੀਬੀ ਕਹਿਣ ਲੱਗੀ ਜਦੋਂ ਇਹ ਸੁਪਨਾ, ਇਹ ਵਿਚਾਰ ਬੜੇ ਉਮੰਗ ਦੇ ਨਾਲ ਮੇਰੇ ਅੰਦਰੋਂ ਆਇਆ, ਕਹਿੰਦੇ ਫਿਰ ਇਹ ਜਿਹੜੀ ਗੱਲਬਾਤ ਸੀ ਮੈਂ ਆਪਣੇ ਪਤੀ ਦੇ ਨਾਲ ਸਾਂਝੀ ਕੀਤੀ। ਜਦ ਕਹਿੰਦੇ ਘਰ ਵਾਲੇ ਨਾਲ ਸਾਂਝੀ ਕੀਤੀ, ਘਰ ਵਾਲਾ ਕਹਿੰਦੇ ਮੇਰੇ ਵੱਲ, ਜਦ ਉਹਨੇ ਇਹ ਵਿਚਾਰ ਸੁਣੀ ਮੇਰੇ ਵੱਲ ਦੇਖਿਆ, ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ। ਜਿਵੇਂ ਅਸੀਂ ਪੰਜਾਬੀ ਦਾ ਕਹਾਣ ਹੈ ਕਿ ਸੋਨਾ ਰੂੜੀਆਂ 'ਤੇ ਸੁਪਨੇ ਸੀਸ ਮਹਿਲਾਂ ਦੇ, ਪਰ ਇਹ ਵਾਕਿਆ ਹੀ ਜਿਹੜੇ ਸੁਪਨੇ ਅਸੀਂ ਸੀਸ ਮਹਿਲਾਂ ਦੇ ਲੈਂਦੇ ਹਾਂ ਹਕੀਕਤ ਵਿੱਚ ਬਦਲ ਸਕਦੇ ਆ ਜਦੋਂ ਅਸੀਂ ਗੁਰੂ ਦੀ ਸ਼ਰਨ ਚਲ ਜਾਈਏ। ਅਤੇ ਜਦੋਂ ਅਸੀਂ ਗੁਰੂ ਦੀ ਸ਼ਰਨਾਗਤ ਹੋ ਜਾਂਦੇ, ਗੁਰੂ ਦੀ ਨਜ਼ਰ 'ਚ ਆ ਜਾਂਦੀ, ਫਿਰ ਗੁਰੂ ਸਾਡੀ ਬਾਂਹ ਫੜ ਲੈਂਦਾ। ਫਿਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਚਾਹੇ ਇਸ ਲਈ ਕੋਈ ਵੀ ਕੌੜੀ ਨਹੀਂ ਹੈ, ਕੋਈ ਵੀ ਦੀਵਾਨੀ ਨਹੀਂ ਹੈ, ਪਰ ਤੁਸੀਂ ਇੱਕ ਨਾ ਇੱਕ ਦਿਨ ਅਮਰੀਕਾ ਜ਼ਰੂਰ ਜਾਓਗੇ ਅਤੇ ਮੇਰੇ ਸੁਪਨੇ ਨੂੰ ਪੂਰਾ ਕਰੋਗੇ। ਖੈਰ ਉਹ ਬੀਬੀ ਕਹਿਣ ਲੱਗੀ ਕਿ ਇਸ ਤੋਂ ਬਾਅਦ ਮੈਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਕਿਸੇ ਇਸ਼ਨਾਨ ਕਰਕੇ ਫਿਰ ਕਹਿੰਦੀ ਮੈਂ ਸਿਮਰਨ ਸਾਧਨਾ ਕਰਨੀ, ਫਿਰ ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਕੋਈ ਰਸਤਾ ਕੱਢ, ਮੈਨੂੰ ਕੋਈ ਰਸਤਾ ਦਿਖਾ। ਫਿਰ ਬੀਬੀ ਕਹਿਣ ਲੱਗੀ ਕਿ ਜਦੋਂ ਮੈਂ ਇਸ ਤਰ੍ਹਾਂ ਅਰਦਾਸਾਂ ਰੋਜ਼ ਕਰਨੀਆਂ, ਅੰਮ੍ਰਿਤ ਵੇਲੇ ਉੱਠਣਾ, ਅਰਦਾਸਾਂ ਦਾ ਫਲ ਐਸਾ ਨਿਕਲਿਆ ਕਿ ਮੈਨੂੰ ਪਤਾ ਲੱਗਾ ਕਿ ਇਹ ਜਿਹੜਾ ਪਾਸਪੋਰਟ ਹੈਗਾ ਕਿਵੇਂ ਬਣਦਾ ਹੈਗਾ। ਕਹਿੰਦੀ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਵਾਲੇ ਦਾ ਪਾਸਪੋਰਟ ਬਣਾਇਆ। ਜਦ ਪਾਸਪੋਰਟ ਬਣਿਆ, ਉਸ ਪਾਸਪੋਰਟ ਬਣਨ ਤੋਂ ਬਾਅਦ ਕਹਿੰਦੀ ਮੇਰੇ ਅੰਦਰ ਹੋਰ ਉਤਸ਼ਾਹ ਜਾਗਿਆ। ਜਦ ਉਤਸ਼ਾਹ ਜਾਗਿਆ ਤਾਂ ਫਿਰ ਹੁਣ ਪਾਸਪੋਰਟ ਤਾਂ ਆਮ ਸਧਾਰਨ ਆਦਮੀ ਬਣਾ ਲੈਂਦਾ, ਪਰ ਇਹਦੇ ਵਾਸਤੇ ਜਿਹੜੀ ਮੇਨ ਗੱਲ ਹੈ ਉਹ ਹੈਗੀ ਆ ਪੈਸੇ ਦੀ ਮਜਬੂਰੀ। ਸੋ ਕਹਿੰਦੀ ਜਿਹੜੀ ਮੇਨ ਘਰ ਦੇ ਵਿੱਚ ਗੱਲ ਸੀਗੀ ਉਹ ਪੈਸੇ ਦੀ ਮਜਬੂਰੀ ਸੀ, ਕਿਉਂਕਿ 500 ਰੁਪਈਆ ਦਿਹਾੜੀ ਲੈਣ ਵਾਲਾ ਆਦਮੀ ਅਤੇ ਉਹਦੇ ਵਾਸਤੇ ਐਡੀ ਵੱਡੀ ਰਕਮ ਇਕੱਠੀ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ। ਖੈਰ ਫਿਰ ਵੀ ਕਹਿੰਦੀ ਮੇਰੇ ਮਨ ਦੇ ਵਿੱਚ ਇੱਕ ਉਮੀਦ ਸੀਗੀ, ਇੱਕ ਐਸਾ ਹੌਸਲਾ ਸੀਗਾ ਕਿ ਮੈਂ ਇਹ ਕੰਮ ਕਰ ਸਕਦੀ ਹਾਂ।
ਫਿਰ ਉਹ ਕਹਿਣ ਲੱਗੀ ਕਿ ਇਹਦੇ ਨਾਲ ਫਿਰ ਮੈਂ ਜਿੱਥੇ ਭਜਨ ਬੰਦਗੀ ਕਰਨੀ, ਅਰਦਾਸਾਂ ਕਰਨੀਆਂ, ਨਾਲ ਹੰਬਲੇ ਮਾਰਨੇ ਵੀ ਸ਼ੁਰੂ ਕੀਤੇ। ਬਹੁਤ ਸਾਰੇ ਕਹਿੰਦੀ ਵਿਅਕਤੀਆਂ ਦੇ ਪਾਸ ਗਈ ਜਿਹੜੇ ਕਾਫੀ ਅਮੀਰ ਸੀਗੇ, ਅਤੇ ਜਦ ਕਹਿੰਦੀ ਮੈਂ ਉਹਨਾਂ ਦੇ ਪਾਸ ਗਈ ਆ, ਉਹਨਾਂ ਨੂੰ ਜਾ ਕੇ ਕਹਿੰਦੀ ਜਦੋਂ ਮੈਂ ਪੈਸੇ ਵਾਸਤੇ ਬੇਨਤੀਆਂ ਕੀਤੀਆਂ, ਪਰ ਤੁਹਾਨੂੰ ਪਤਾ ਹੈਗਾ ਕਿ ਸਮੇਂ ਦੇ ਹਿਸਾਬ ਨਾਲ ਜਦ ਕੋਈ ਗਰੀਬ ਆਦਮੀ ਕਿਸੇ ਅਮੀਰ ਦੇ ਘਰ ਜਾਵੇ ਤਾਂ ਉਹਦੀ ਗਰੀਬੀ ਦੇਖ ਕੇ ਕੋਈ ਵੀ ਅਮੀਰ ਆਦਮੀ ਚਾਹੇ ਉਹ ਕਿੱਡੇ ਵੀ ਪੈਸੇ ਵਾਲਾ ਹੋਵੇ ਉਹ ਹਾਮੀ ਨਹੀਂ ਭਰਦਾ। ਕਿਉਂਕਿ ਉਹਨੂੰ ਪਤਾ ਹੁੰਦਾ ਹੈਗਾ ਅਗਰ ਮੈਂ ਪੈਸੇ ਦੇ ਦਿੱਤੇ ਤਾਂ ਇਹ ਮੋੜੂਗੀ ਕਿੱਥੋਂ। ਸੋ ਇਹ ਜਿਹੜਾ ਖਦਸ਼ਾ ਹੈਗਾ ਹਰੇਕ ਅਮੀਰ ਪੈਸੇ ਵਾਲੇ ਧਨਾੜ ਆਦਮੀ ਦੇ ਮਨ ਦੇ ਵਿੱਚ ਪਹਿਲਾਂ ਹੀ ਆ ਜਾਂਦਾ ਹੈ। ਇਸ ਕਰਕੇ ਕਹਿੰਦੀ ਬਹੁਤ ਸਾਰੇ ਆਦਮੀਆਂ ਦੇ ਮੈਂ ਤਰਲੇ ਵੀ ਕੀਤੇ ਪਰ ਕਿਸੇ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ। ਪਰ ਕਹਿੰਦੀ ਫਿਰ ਵੀ ਮੈਂ ਗੁਰੂ ਘਰ ਜਾਣਾ, ਜਦ ਕਹਿੰਦੀ ਮੈਂ ਗੁਰੂ ਘਰ ਜਾਣਾ, ਅਰਦਾਸਾਂ ਬੇਨਤੀਆਂ ਕਰਨੀਆਂ। ਉਸ ਤੋਂ ਬਾਅਦ ਕਹਿੰਦੀ ਫਿਰ ਮੈਨੂੰ ਕਿਸੇ ਏਜੰਟ ਦਾ ਪਤਾ ਲੱਗਾ। ਜਦ ਕਹਿੰਦੀ ਮੈਂ ਉਸ ਏਜੰਟ ਤੋਂ ਅਮਰੀਕਾ ਜਾਣ ਦੀ ਸਾਰੀ ਗੱਲਬਾਤ ਪੁੱਛੀ ਤਾਂ ਫਿਰ ਉਸ ਏਜੰਟ ਨੇ ਮੈਨੂੰ ਦੱਸਿਆ ਕਿ ਘੱਟੋ ਘੱਟ 16-17 ਲੱਖ ਰੁਪਈਆ ਖਰਚਾ ਆਵੇਗਾ। ਹੁਣ ਕਹਿੰਦੀ 16-17 ਲੱਖ ਰੁਪਈਏ ਦੀ ਗੱਲ ਸੀ, ਕਿਉਂ ਵੱਡੀਆਂ ਗੱਲਾਂ ਦੇ ਵਿੱਚ ਫਿਰ ਵੱਡੇ ਮਾਇਆ ਦੇ ਗੱਫੇ ਚਾਹੀਦੇ ਆ। ਪਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਹਿੰਮਤ ਨਹੀਂ ਹਾਰੀ। ਫਿਰ ਵੀ ਕਹਿੰਦੀ ਮੈਂ ਅਰਦਾਸ ਬੇਨਤੀ ਕੀਤੀ। ਇੱਕ ਦਿਨ ਕਹਿੰਦੀ ਮੇਰੇ ਮਨ 'ਚ ਆਇਆ ਅਤੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤੂੰ ਸੁਪਨਾ ਤਾਂ ਬਹੁਤ ਵੱਡਾ ਦੇਖ ਲਿਆ, ਪਰ ਘਰ ਦੇ ਵਿੱਚ 16-17 ਲੱਖ ਰੁਪਈਏ ਦੀ ਤੂੰ ਗੱਲ ਕੀਤੀ ਆ, ਘਰ ਦੇ ਵਿੱਚ 16-1700 ਵੀ ਰੁਪਈਆ ਨਹੀਂ ਆ। ਸੋ ਦੱਸ ਵੀ ਇਹ ਤੇਰਾ ਇਸ ਤਰ੍ਹਾਂ ਸੁਪਨਾ ਲੈਣਾ ਕੀ ਇਹ ਚੰਗੀ ਗੱਲ ਆ। ਪਰ ਕਹਿੰਦੀ ਵੀ ਮੈਂ ਆਪਣੇ ਪਤੀ ਨੂੰ ਆਖਿਆ ਕਿ ਮੈਨੂੰ ਭਰੋਸਾ ਹੈਗਾ ਕਿ ਇੱਕ ਨਾ ਇੱਕ ਦਿਨ ਤੁਸੀਂ ਅਮਰੀਕਾ ਜ਼ਰੂਰ ਪਹੁੰਚੋਗੇ। ਉਸ ਤੋਂ ਬਾਅਦ ਕਹਿੰਦੀ ਇੱਕ ਦਿਨ ਮੇਰੇ ਮਨ ਦੇ ਵਿੱਚ ਵਿਚਾਰ ਆ ਕੇ ਕਹਿੰਦੀ ਮੈਂ ਰਾਤ ਨੂੰ ਸਿਮਰਨ ਸਾਧਨਾ ਕੀਤੀ ਕਿ ਅਸੀਂ ਇਸ਼ਨਾਨ ਕੀਤਾ, ਸਵੇਰੇ ਗੁਰਦੁਆਰੇ ਗਈ ਤਾਂ ਮੇਰੇ ਅੰਦਰ ਇਹ ਵਿਚਾਰ ਬੜੇ ਜ਼ੋਰ ਦੀ ਉੱਠੀ ਕਿ ਮੈਂ ਜਾ ਕੇ ਹੁਕਮਨਾਮਾ ਲਵਾਂ। ਕਹਿੰਦੀ ਵੀ ਜਦੋਂ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਕੇ ਜਦ ਹੁਕਮਨਾਮਾ ਲਿਆ ਅਤੇ ਕਹਿੰਦੀ ਹੁਕਮਨਾਮਾ ਬੜਾ ਉਤਸ਼ਾਹ ਵਾਲਾ ਆਇਆ, ਬੜਾ ਧੀਰਜ ਵਾਲਾ ਆਇਆ। ਅਤੇ ਫਿਰ ਕਹਿੰਦੀ ਇਸ ਹੁਕਮਨਾਮੇ ਦੇ ਧੀਰਜ ਨੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੇਰੇ ਸਾਰੇ ਰਸਤੇ ਖੋਲ੍ਹ ਦਿੱਤੇ ਹੋਣ। ਇਸੇ ਤਰ੍ਹਾਂ ਕਹਿੰਦੀ ਮੈਂ ਗੁਰੂ ਘਰ ਦੇ ਵਿੱਚ ਜਦ ਹੁਕਮਨਾਮਾ ਲੈ ਕੇ ਹਜੇ ਬੈਠੀ ਸੀ, ਮੇਰੇ ਮਨ ਦੇ ਅੰਦਰੋਂ ਵਿਚਾਰ ਫੁਰੀ ਕਿ ਭਾਈ ਇੱਕ ਸਾਡੇ ਦੂਰ ਦੇ ਰਿਸ਼ਤੇਦਾਰਾਂ ਦਾ ਕੋਈ ਆਦਮੀ ਹੈਗਾ ਅਤੇ ਉਹ ਅਮਰੀਕਾ ਬੰਦੇ ਭੇਜਦਾ, ਕਿਉਂ ਨਾ ਮੈਂ ਉਹਦੇ ਨਾਲ ਸੰਪਰਕ ਕਰਾਂ। ਖੈਰ ਕਹਿੰਦੀ ਵੀ ਮੈਂ ਉਸ ਆਦਮੀ ਦੇ ਨਾਲ ਟੈਲੀਫੋਨ 'ਤੇ ਸੰਪਰਕ ਕੀਤਾ। ਜਦ ਕਹਿੰਦੀ ਉਹ ਰਿਸ਼ਤੇਦਾਰ ਭਾਵੇਂ ਦੂਰ ਦਾ ਸੀ, ਸੰਪਰਕ ਕੀਤਾ। ਉਹ ਕਹਿਣ ਲੱਗਾ ਜੀ ਕੋਈ ਨਹੀਂ, ਮੈਂ ਕੱਲ੍ਹ ਹੀ ਆਪਦੇ ਪਾਸ ਆ ਜਾਊਂਗਾ ਅਤੇ ਤੁਸੀਂ ਆਪਣਾ ਜਿਹੜਾ ਪਾਸਪੋਰਟ ਆ ਉਹ ਕਹਿੰਦੇ ਤਿਆਰ ਰੱਖਿਓ। ਕਹਿੰਦੀ ਵੀ ਜਦ ਇੰਨੀ ਗੱਲ ਹੋਈ ਦੂਸਰੇ ਦਿਨ ਉਹੀ ਜਿਹੜਾ ਦੂਰ ਦਾ ਰਿਸ਼ਤੇਦਾਰ ਅਮਰੀਕਾ ਆਦਮੀ ਭੇਜਦਾ ਸੀ, ਕਹਿੰਦੀ ਉਹ ਸਾਡੇ ਘਰ ਆ ਗਿਆ। ਜਦ ਸਾਡੇ ਘਰ ਆਇਆ ਤਾਂ ਕਹਿੰਦੀ ਵੀ ਉਹਨੇ ਪਾਸਪੋਰਟ ਵਗੈਰਾ ਦੇਖਣ ਤੋਂ ਬਗੈਰ ਉਹਨੇ ਕਹਿੰਦੀ ਵੀ ਇੱਕ ਗੱਲ ਤਾਂ ਮੈਨੂੰ ਧਰਵਾਸ ਦੇਤਾ ਵੀ 16-17 ਲੱਖ ਰੁਪਈਆ ਲੱਗਣਾ ਉੱਥੇ ਪਹੁੰਚਦਿਆਂ ਕਰਦਿਆਂ, ਪਰ ਮੈਂ ਸਿੱਧੀ ਡਾਇਰੈਕਟ ਫਲਾਈਟ ਦੇ ਵਿੱਚ ਤੇਰੇ ਘਰ ਵਾਲੇ ਨੂੰ ਚੜ੍ਹਾ ਨਹੀਂ ਸਕਦਾ। ਹਾਂ, ਰਸਤੇ ਦੇ ਵਿੱਚ 5-6 ਜਗ੍ਹਾ ਇਹਦੀ ਥੋੜ੍ਹੀ ਸਟੇ ਹੋਊਗੀ, ਉੱਥੇ ਰੁਕਣਾ ਪਊਗਾ, ਫਿਰ ਅਮਰੀਕਾ ਪਹੁੰਚੂਗਾ। ਇਸ ਤਰ੍ਹਾਂ ਕਹਿੰਦੇ ਉਹਨੇ ਪੜਾਅ ਬਾਈ ਪੜਾਅ ਜਿਹੜੇ ਸੀ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕਰਤੀ ਅਤੇ ਨਾਲ ਇਹ ਵੀ ਕਹਿਤਾ ਹੈਗਾ ਕਿ ਤੁਸੀਂ 16-17 ਲੱਖ ਰੁਪਈਆ ਤਿਆਰ ਰੱਖਿਓ। ਉਸ ਤੋਂ ਬਾਅਦ ਕਹਿੰਦੀ ਮੈਂ ਉਹਨੂੰ ਕਿਹਾ ਕਿ ਤੂੰ ਪੈਸਿਆਂ ਦਾ ਕੋਈ ਫਿਕਰ ਨਾ ਕਰ, ਪੈਸੇ ਹੋ ਜਾਣਗੇ, ਬਸ ਤੁਸੀਂ ਮੇਰੇ ਘਰ ਵਾਲੇ ਦੇ ਕਾਗਜ਼ ਪੱਤਰ ਬਣਾਓ। ਕਹਿੰਦੀ ਵੀ ਮੈਂ ਉਹਨੂੰ ਪਾਸਪੋਰਟ ਦੇ ਦਿੱਤਾ। ਉਹ ਜਿਹੜਾ ਦੂਰ ਦਾ ਰਿਸ਼ਤੇਦਾਰ ਸੀਗਾ ਪਾਸਪੋਰਟ ਲੈ ਕੇ ਚਲਾ ਗਿਆ। ਜਦ ਕਹਿੰਦੀ ਪਾਸਪੋਰਟ ਲੈ ਕੇ ਚਲਾ ਗਿਆ ਅਤੇ ਦੂਸਰੇ-ਤੀਸਰੇ ਦਿਨ ਕਹਿੰਦੀ ਉਹਦਾ ਘਰ ਫੋਨ ਆਇਆ ਕਿ ਇੰਨੀ ਤਰੀਕ ਨੂੰ ਤੇਰਾ ਘਰ ਵਾਲਾ ਜਿਹੜਾ ਦਿल्ली ਪਹੁੰਚਵੇ ਫਲਾਣੇ ਤੇ ਘੱਟੋ ਘੱਟ 3000 ਰੁਪਈਆ ਆਪਣੀ ਜੇਬ ਦੇ ਵਿੱਚ ਜੇਬ ਖਰਚਾ ਜ਼ਰੂਰ ਲੈ ਕੇ ਆਵੇ। ਜਦ ਕਹਿੰਦੀ ਇਹ ਗੱਲ ਹੋਈ ਤਾਂ ਕਹਿੰਦੀ ਹੁਣ ਘਰ ਦੇ ਵਿੱਚ 300 ਰੁਪਈਆ ਵੀ ਹੈ ਨਹੀਂ ਸੀ। ਪਰ ਕਹਿੰਦੀ ਜਦੋਂ ਉਹਨੇ ਫੋਨ ਮੈਨੂੰ ਕੀਤਾ ਅਤੇ ਕਹਿੰਦੀ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ, ਮੈਂ ਇਹਨੂੰ 3000 ਰੁਪਈਆ ਦੇ ਕੇ ਦਿੱਲੀ ਜ਼ਰੂਰ ਭੇਜ ਦੂੰਗੀ। ਉਸ ਤੋਂ ਬਾਅਦ ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਸੇ ਬੀਬੀ ਨੇ ਮੈਨੂੰ 25000 ਰੁਪਈਆ ਕਿਸੇ ਨੂੰ ਦੇਣ ਵਾਸਤੇ ਦਿੱਤਾ। ਉਹ ਬੀਬੀ ਦਾ ਜਦੋਂ 25000 ਰੁਪਈਆ ਸੀਗਾ ਉਹ ਜਿਸ ਘਰ ਦੇਣ ਗਈ ਸੀ ਉਹਦੇ ਘਰ ਵਾਲੇ ਉੱਥੇ ਨਹੀਂ ਸੀਗੇ। ਫਿਰ ਉਹ ਬੀਬੀ ਭਰੋਸੇ ਕਰਕੇ ਮੈਨੂੰ 25000 ਰੁਪਈਆ ਦੇ ਗਈ ਸੀ ਕਿ ਜਦੋਂ ਆਉਣਗੇ ਤੂੰ ਲੈ ਲਈ। ਕਹਿੰਦੀ ਉਹ 25000 ਰੁਪਈਆ ਮੇਰੇ ਪਾਸ ਉਹਦੀ ਅਮਾਨਤ ਪਈ ਸੀ। ਖੈਰ ਉਹ ਬੀਬੀ ਕਹਿੰਦੀ ਕਿ ਮੈਂ ਦੁਬਾਰਾ ਫਿਰ ਗੁਰੂ ਘਰ ਗਈ। ਗੁਰੂ ਘਰ ਜਾ ਕੇ ਫਿਰ ਮੈਂ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਵਿੱਚ ਜ਼ਿਕਰ ਕੀਤਾ ਕਿ ਉਹ ਬੀਬੀ ਦਾ 25000 ਰੁਪਈਆ ਮੇਰੇ ਪਾਸ ਆ, ਪਰ ਹੁਣ ਮੇਰੀ ਥੋੜ੍ਹੀ ਮਜਬੂਰੀ ਆ, ਇਹਦੇ ਵਿੱਚੋਂ ਮੈਂ 3000 ਰੁਪਈਆ ਜਿਹੜਾ ਹੈਗਾ ਉਹ ਆਪਣੇ ਘਰ ਵਾਲੇ ਨੂੰ ਦਿੱਲੀ ਦੇਣ ਵਾਸਤੇ ਰੱਖਣ ਲੱਗੀ ਹਾਂ ਅਤੇ ਮੈਂ ਜਲਦੀ ਹੀ 3000 ਰੁਪਈਆ ਪੂਰਾ ਕਰਕੇ ਅਤੇ 25000 ਰੁਪਈਆ ਉਹਨਾਂ ਨੂੰ ਜ਼ਰੂਰ ਮੋੜ ਦਊਂਗੀ। ਕਹਿੰਦੀ ਇਸ ਤਰ੍ਹਾਂ ਅਰਦਾਸ ਕਰਕੇ ਮੈਂ 3000 ਰੁਪਈਆ ਉਹਦੇ ਵਿੱਚੋਂ ਕੱਢ ਕੇ ਆਪਣੇ ਘਰ ਵਾਲੀ ਦੀ ਜੇਬ 'ਚ ਪਾ ਕੇ ਉਹਨੂੰ ਦਿੱਲੀ ਭੇਜ ਦਿੱਤਾ। ਜਦ ਕਹਿੰਦੀ ਦਿੱਲੀ ਭੇਜਿਆ ਉਸ ਤੋਂ ਬਾਅਦ ਕਹਿੰਦੀ ਵੀ ਮੇਰਾ ਘਰ ਵਾਲਾ ਦਿੱਲੀ ਪਹੁੰਚ ਗਿਆ, ਪਰ ਉਹ ਦੂਰ ਦੇ ਰਿਸ਼ਤੇਦਾਰ ਦਾ ਕਹਿੰਦੀ ਫੇਰ ਫੋਨ ਆ ਗਿਆ। ਉਹ ਕਹਿਣ ਲੱਗਾ ਕਿ ਤੁਸੀਂ ਘੱਟੋ ਘੱਟ ਨਹੀਂ ਤਾਂ ਹੁਣ 2 ਲੱਖ ਰੁਪਈਆ ਜ਼ਰੂਰ ਤਿਆਰ ਰੱਖੋ।
ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਉਹਨੇ 2-3 ਦਿਨ ਦਾ ਹੋਰ ਬਕਵਾ ਦੇ ਦਿੱਤਾ। ਜਦ ਕਹਿੰਦੇ ਵੀ 2-3 ਦਿਨ ਦਾ ਹੋਰ ਬਕਵਾ ਦਿੱਤਾ ਤੇ ਉਹਨੇ ਇਹ ਵੀ ਆਖਿਆ ਕਿ ਤੁਹਾਡੇ ਜਿੰਨੇ ਪੈਸੇ ਲੱਗਣਗੇ ਇਹਦੇ ਵਿੱਚੋਂ ਮੈਂ ਆਪਣੀ ਫੀਸ ਕੋਈ ਨਹੀਂ ਲਊਂਗਾ, ਸਿਰਫ ਮੈਂ ਆਪ ਦੀ ਸਹਾਇਤਾ ਵਾਸਤੇ ਆਪਦੇ ਘਰ ਵਾਲੇ ਨੂੰ ਅਮਰੀਕਾ ਜ਼ਰੂਰ ਭੇਜ ਦਊਂਗਾ। ਖੈਰ ਉਹ ਬੀਬੀ ਕਹਿੰਦੀ ਕਿ ਜਦੋਂ ਉਹਨੇ 2 ਲੱਖ ਦੀ ਗੱਲ ਕੀਤੀ, ਮੈਨੂੰ ਫੋਨ 'ਤੇ ਕਹਿਤਾ ਵੀ ਕੋਈ ਗੱਲ ਨਹੀਂ ਵੀਰ ਜੀ, ਤੁਹਾਨੂੰ 2 ਲੱਖ ਰੁਪਈਆ ਵੀ ਹੋ ਜਾਊਗਾ, ਤੁਸੀਂ ਚਿੰਤਾ ਨਾ ਕਰੋ, 2-3 ਦਿਨ ਬਾਅਦ ਮੈਂ ਤੁਹਾਨੂੰ 2 ਲੱਖ ਰੁਪਈਆ ਵੀ ਦਊਂਗੀ। ਜਦ ਕਹਿੰਦੀ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਹ ਜਿਹੜਾ ਦੂਰ ਦਾ ਰਿਸ਼ਤੇਦਾਰ ਏਜੰਟ ਸੀਗਾ ਬੜਾ ਮਨ ਦੇ ਵਿੱਚ ਸੋਚੇ ਕਿ ਬੀਬੀ ਦੇ ਪਾਸ ਪੈਸਾ ਕੋਈ ਨਹੀਂ, ਪਰ ਗੱਲ ਇਸ ਤਰ੍ਹਾਂ ਕਰਦੀ ਆ ਕਿ ਜਿਵੇਂ ਇਹਨੂੰ ਕੋਈ ਹੋਰ ਬਹੁਤ ਵੱਡਾ ਗੁਪਤ ਖਜ਼ਾਨਾ ਲੱਭਿਆ ਹੋਵੇ। ਖੈਰ ਉਹ ਬੀਬੀ ਕਹਿੰਦੀ ਕਿ ਮੈਂ ਸੋਚਦੀ ਰਹੀ ਕਿ 2-3 ਦਿਨ ਦਾ ਟਾਈਮ ਹੈ, ਹੁਣ 2 ਲੱਖ ਰੁਪਈਆ ਕਿਵੇਂ ਇਕੱਠਾ ਕਰਨਾ। ਸੋਚਦੇ ਕਹਿੰਦੀ ਫਿਰ ਮੈਂ ਕਹਿੰਦੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਕਿਸੇ ਇਸ਼ਨਾਨ ਕੀਤਾ, ਫਿਰ ਭਜਨ ਸਿਮਰਨ ਕੀਤਾ, ਅਰਦਾਸ ਬੇਨਤੀ ਕੀਤੀ, ਗੁਰੂ ਘਰ ਗਈ। ਫਿਰ ਕਹਿੰਦੀ ਮੈਂ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਕਰਦੇ ਕਹਿੰਦੀ ਮੈਨੂੰ ਖਿਆਲ ਆਇਆ ਕਿ ਮੇਰੇ ਇੱਕ ਨਾਲ ਦੇ ਪਿੰਡ ਦੀ ਇੱਕ ਸਹੇਲੀ ਹੈਗੀ, ਇਹ ਜਿਹੜੀ ਸਹੇਲੀ ਹੈ ਮੇਰੀ ਸਤਸੰਗਣ ਸੀ ਕਿਸੇ ਟਾਈਮ, ਪਰ ਕਿਸੇ ਗੱਲ ਦੇ ਵਜ੍ਹਾ ਦੇ ਨਾਲ ਕਹਿੰਦੀ ਸਾਡੀ ਜਿਹੜੀ ਸੀ ਬੋਲਚਾਲ ਕਾਫੀ ਦੇਰ ਤੋਂ ਬੰਦ ਹੋ ਗਈ ਸੀ। ਪਰ ਕਹਿੰਦੀ ਮੈਨੂੰ ਇੰਨਾ ਪਤਾ ਸੀਗਾ ਕਿ ਉਹਦਾ ਜਿਹੜਾ ਪਤੀ ਆ ਇੰਗਲੈਂਡ ਰਹਿੰਦਾ ਹੈਗਾ ਅਤੇ ਇਸ ਕਰਕੇ ਉਹ ਮੇਰੀ ਮਦਦ ਜ਼ਰੂਰ ਕਰ ਦੂਗੀ। ਜਦ ਕਹਿੰਦੀ ਇਹੋ ਜਿਹਾ ਖਿਆਲ ਮੇਰੇ ਅੰਦਰ ਆਇਆ, ਕਹਿੰਦੀ ਅਰਦਾਸ ਗੁਰਦੁਆਰੇ ਕਰਨ ਤੋਂ ਬਾਅਦ ਮੈਂ ਸਿੱਧੀ ਉਹਦੇ ਘਰ ਚਲੇ ਗਈ। ਜਦ ਕਿ ਕਹਿੰਦੀ ਤੁਰ ਕੇ ਮੈਂ ਉਹਦੇ ਘਰ ਗਈ ਅਤੇ ਉਹ ਜਦ ਬੀਬੀ ਨੂੰ ਕਹਿੰਦੀ ਮੈਂ ਘਰ ਮਿਲੀ, ਉਹ ਬੀਬੀ ਕਈਆਂ ਸਾਲਾਂ ਬਾਅਦ ਦੇਖ ਕੇ ਕਹਿੰਦੀ ਮੈਨੂੰ ਬੜੀ ਹੈਰਾਨ ਹੋਈ। ਹੈਰਾਨ ਹੋਣੇ ਕਹਿਣ ਲੱਗੀ ਕਿ ਭੈਣੇ ਤੂੰ ਕਿਵੇਂ ਅੱਜ ਘਰ ਦੇ ਵਿੱਚ ਸਵੇਰੇ ਦਰਸ਼ਨ ਦਿੱਤੇ। ਕਹਿੰਦੀ ਮੈਂ ਉਹਨੂੰ ਆਖਿਆ ਕਿ ਕੁਛ ਗੱਲ ਹੀ ਇਸ ਤਰ੍ਹਾਂ ਦੀ ਆ। ਖੈਰ ਕਹਿੰਦੀ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਮੈਂ ਸਾਰੀ ਗੱਲ ਉਹਦੇ ਨਾਲ ਸਾਂਝੀ ਕੀਤੀ ਕਿ ਮੈਂ ਆਪਣੇ ਘਰ ਵਾਲੇ ਨੂੰ ਅਮਰੀਕਾ ਭੇਜਣਾ ਹੈਗਾ, ਇਸ ਕਰਕੇ ਕਾਫੀ ਪੈਸੇ ਦੀ ਲੋੜ ਆ, ਪਰ ਹੁਣ ਏਜੰਟ ਦਾ ਫੋਨ ਆਇਆ ਕਿ ਮੈਨੂੰ 2 ਲੱਖ ਰੁਪਈਆ ਚਾਹੀਦਾ ਅਤੇ ਮੈਂ ਹੁਣ ਬੜੀ ਆਸ ਨਾਲ ਆਈ ਹਾਂ ਕਿ ਮੈਨੂੰ ਲੱਗਦਾ ਕਿ ਤੂੰ ਮੇਰੀ ਆਸ ਜ਼ਰੂਰ ਪੂਰੀ ਕਰੂੰਗੀ। ਜਦ ਕਹਿੰਦੀ ਇੰਨੀ ਗੱਲ ਹੋਈ ਤਾਂ ਬੀਬੀ ਮੈਨੂੰ ਕਹਿਣ ਲੱਗੀ ਕਿ ਭੈਣੇ ਤੂੰ ਬੈਠ, ਮੈਂ ਹੁਣੇ ਹੀ ਆਉਂਦੀ ਹਾਂ। ਕਹਿੰਦੀ ਉਹੀ ਸਹੇਲੀ ਬੀਬੀ ਅੰਦਰ ਗਈ, ਅੰਦਰ ਜਾ ਕੇ ਕਹਿੰਦੀ ਵੀ ਉਹਨੇ 3 ਲੱਖ ਰੁਪਈਆ ਲਿਆ ਕੇ ਮੇਰੇ ਹੱਥਾਂ ਦੇ ਵਿੱਚ ਫੜਾ ਤਾ। ਕਹਿਣ ਲੱਗੀ ਭੈਣੇ ਤੂੰ 2 ਲੱਖ ਦੀ ਗੱਲ ਕੀਤੀ, ਹੁਣ ਘਰ 3 ਲੱਖ ਰੁਪਈਆ ਪਿਆ ਹੈਗਾ, ਤੂੰ ਇਹ 3 ਲੱਖ ਹੀ ਲੈ ਜਾ। ਜਦ ਕਹਿੰਦੀ ਇੰਨੀ ਗੱਲ ਹੋਈ ਤਾਂ ਫਿਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਉਹਨੂੰ ਕਿਹਾ ਹੈਗਾ ਕਿ ਮੈਂ ਨਾ 2 ਲੱਖ ਦੀ ਗੱਲ ਕੀਤੀ ਸੀ ਕਿ ਮੈਨੂੰ 2 ਲੱਖ ਚਾਹੀਦਾ ਹੈਗਾ, ਇਸ ਕਰਕੇ ਤੂੰ ਲੱਖ ਰੁਪਈਆ ਆਪਣੇ ਪਾਸ ਰੱਖ ਲਾ, ਮੈਂ ਅੱਜ 2 ਹੀ ਖਾਣਾ ਹੈਗਾ। ਪਰ ਉਹ ਬੀਬੀ ਕਹਿਣ ਲੱਗੇ ਕਿ ਤੈਨੂੰ 2 ਲੱਖ ਤੋਂ ਬਾਅਦ ਹੋਰ ਵੀ ਪੈਸਿਆਂ ਦੀ ਜ਼ਰੂਰਤ ਪਊਗੀ ਅਤੇ ਮੈਂ ਤੇਰੀ ਹੋਰ ਵੀ ਮਦਦ ਕਰੂੰਗੀ, ਤੂੰ ਇੱਦਾਂ ਕਰ ਹੁਣ 3 ਲੱਖ ਰੁਪਈਆ ਘਰ ਪਿਆ ਹੈਗਾ, ਇਹ ਲੈ ਜਾ। ਪਰ ਕਹਿੰਦੀ ਵੀ ਦੇਖੋ ਮੈਂ ਉਹਨੇ ਇਹੋ ਹੀ ਕਿਹਾ ਕਿ ਮੈਨੂੰ ਸਿਰਫ 2 ਹੀ ਚਾਹੀਦਾ ਫਿਲਹਾਲ, ਅਗਰ ਜ਼ਰੂਰਤ ਪਊਗੀ ਤਾਂ ਫਿਰ ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰੂੰਗੀ। ਖੈਰ ਕਹਿੰਦੀ ਮੈਂ 2 ਲੱਖ ਰੁਪਈਆ ਉਹਦੇ ਘਰੋਂ ਲਿਆ ਕੇ ਆਪਣੇ ਦੂਰ ਦੇ ਰਿਸ਼ਤੇਦਾਰ ਨੂੰ ਦਿੱਲੀ ਭੇਜ ਦਿੱਤਾ। ਉਸ ਤੋਂ ਬਾਅਦ ਕਹਿੰਦੇ ਕਰਦੇ ਮੈਂ ਕਹਿੰਦੀ ਰੋਜ਼ ਸਵੇਰੇ ਜਾ ਕੇ ਅਰਦਾਸਾਂ ਬੇਨਤੀਆਂ ਕਰਨੀਆਂ, ਕਰਦੇ ਕਹਿੰਦੀ ਮੇਰੇ ਘਰ ਵਾਲੇ ਦੀ ਫਲੈਟ ਹੋ ਗਈ। ਔਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਹਨਾਂ ਸੱਜਣਾਂ ਦੇ ਪਾਸ ਪਹਿਲਾਂ ਮੈਂ ਮਿੰਨਤਾਂ ਤਰਲੇ ਕੀਤੇ ਸੀ, ਜਦ ਕਿਸੇ ਨੇ ਮੇਰੀ ਪੈਸੇ ਲਈ ਸੁਣਵਾਈ ਨਹੀਂ ਕੀਤੀ, ਕਹਿੰਦੀ ਪਰਮੇਸ਼ਰ ਨੇ ਮੇਰੇ ਨਾਲ ਐਸੀ ਪ੍ਰੇਮ ਦੀ ਲੀਲਾ ਕੀਤੀ ਕਿ ਮੈਂ ਜਿਸ ਵੀ ਘਰ ਦੇ ਵਿੱਚ ਗਈ ਪੈਸੇ ਲੈਣ, ਕਿਸੇ ਨੇ ਵੀ ਕਹਿੰਦੀ ਨਾ ਨਹੀਂ ਕੀਤੀ। ਔਰ ਮੈਨੂੰ ਕਹਿੰਦੀ ਇੱਥੋਂ ਤੱਕ ਮਹਿਸੂਸ ਹੋਣ ਲੱਗਿਆ ਕਿ ਮੈਂ ਜਿਸ ਘਰ ਦੇ ਵਿੱਚ ਵੀ ਜਾਂਦੀ ਹਾਂ ਉੱਥੇ ਪਹਿਲਾਂ ਹੀ ਮੇਰਾ ਧੰਨ ਗੁਰੂ ਨਾਨਕ ਸਾਹਿਬ ਉਸ ਘਰ ਦੇ ਵਿੱਚ ਹਾਜ਼ਰ ਹੁੰਦਾ ਹੈ ਅਤੇ ਉਹ ਮੈਨੂੰ ਨਾ ਨਹੀਂ ਕਰਨ ਦਿੰਦਾ। ਇਸ ਤਰ੍ਹਾਂ ਕਹਿੰਦੀ ਕਰਦੇ ਪੜਾਅ ਬਾਈ ਪੜਾਅ, ਕਹਿੰਦੀ ਜਿੱਥੇ 16-17 ਲੱਖ ਰੁਪਈਆ ਲੱਗਣਾ ਸੀਗਾ ਉੱਥੇ ਘੱਟੋ ਘੱਟ 21-22 ਲੱਖ ਰੁਪਈਆ ਕਹਿੰਦੀ ਵੀ ਮੈਂ ਇਕੱਠਾ ਕੀਤਾ। ਔਰ ਕਹਿੰਦੀ 21-22 ਲੱਖ ਰੁਪਈਆ ਇਕੱਠਾ ਕਰਨ ਤੋਂ ਬਾਅਦ ਅੱਜ ਮੇਰਾ ਕਹਿੰਦੀ ਘਰ ਵਾਲਾ ਜਿਹੜਾ ਅਮਰੀਕਾ ਦੀ ਧਰਤੀ 'ਤੇ ਪਹੁੰਚਿਆ ਹੋਇਆ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕੋਈ ਆਦਮੀ ਜਦ ਉਹ ਸਿਦਕ ਦੇ ਵਿੱਚ ਆ ਜਾਵੇ, ਪਰਮੇਸ਼ਰ ਦਾ ਓਟ ਆਸਰਾ ਲੈ ਲਵੇ, ਜਦ ਸਿਦਕ 'ਚ ਆ ਕੇ ਓਟ ਆਸਰਾ ਲੈ ਕੇ ਨਾਲ ਹੰਬਲੇ ਮਾਰੇ ਨਾਲ ਕੋਸ਼ਿਸ਼ ਕਰੇ ਅਤੇ ਫਿਰ ਉਹਦੀ ਕੋਸ਼ਿਸ਼ ਨੂੰ ਫਲ ਲੱਗ ਹੀ ਜਾਂਦਾ ਹੈ। ਸੋ ਦਾਸ ਇੰਨੀਆਂ ਹੀ ਵਿਚਾਰਾਂ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।